तो सत्संग जी आप जी ने जो ਵੱਖ-ਵੱਖ ਵਿਸ਼ਿਆਂ ਤੇ ਸਾਨੂੰ ਸਵਾਲ ਭੇਜੇ ਨੇ ਉਹਨਾਂ ਦੀ ਇੱਕ ਸਵਾਲ ਲੈ ਕੇ ਆਪਾਂ ਆਪਣਾ ਵਿਚਾਰ ਸਾਂਝੇ ਕਰਾਂਗੇ ਜੀ। ਸਵਾਲ ਜਿਹੜੇ ਨੇ ਹਰ ਵਾਰ ਦੀ ਤਰ੍ਹਾਂ ਵੱਖ-ਵੱਖ ਵਿਸ਼ਿਆਂ ਤੇ ਨੇ, ਮਰਿਆਦਾ ਬਾਰੇ ਔਰ ਗੁਰਬਾਣੀ ਦੇ ਉਚਾਰਨ ਬਾਰੇ ਔਰ ਇਤਿਹਾਸ ਦੇ ਨਾਲ ਕੁਝ ਸੰਬੰਧਿਤ ਜਿਹੜੇ ਇਹ ਸਵਾਲ ਸਾਡੇ ਕੋਲ ਆਏ ਨੇ। ਤੋ ਆਪਾਂ ਸਵਾਲ ਜਿਹੜੇ ਨੇ ਉਹ ਆਪ ਨਾਲ ਸਾਂਝੇ ਕਰਦੇ ਹਾਂ। ਤੋ ਕਈ ਵਾਰੀ ਆਪਾਂ ਜਿਸ ਵੇਲੇ ਗੁਰਬਾਣੀ ਪੜ੍ਹਦੇ ਹਾਂ, ਇੱਕ ਚੰਗੀ ਸਮਝੋ ਆਪਾਂ ਕਹਿ ਸਕਦੇ ਹਾਂ ਖਸਲਤ ਹੈ ਕਿ ਗੁਰਬਾਣੀ ਨੂੰ ਆਪਾਂ ਜਿੰਨਾ ਧਿਆਨ ਨਾਲ ਪੜ੍ਹੀਏ ਸਾਡੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਆਉਂਦੇ ਨੇ ਔਰ ਉਹਨਾਂ ਦਾ ਜਵਾਬ ਹੋਣਾ ਸਪਸ਼ਟ ਹੋਣਾ ਜ਼ਰੂਰੀ ਹੈ। ਚੰਗੀ ਗੱਲ ਹੈ ਕਿ ਜਿਸ ਵੇਲੇ ਆਪਾਂ ਬਾਣੀ ਪੜ੍ਹਦੇ ਹਾਂ ਕਦੀ ਸਾਨੂੰ ਬਾਣੀ ਦੇ ਉਚਾਰਨ ਬਾਰੇ, ਕਦੀ ਕਈ ਵਾਰੀ ਇਹ ਹੁੰਦਾ ਵੀ ਇਹੋ ਜਿਹੇ ਅੱਖਰ ਜਿਹੜਾ ਇਹ ਕਿਉਂ ਆ ਜਾਂ ਇਹਦਾ ਅਰਥ ਕੀ ਬਣਦਾ, ਇਹੋ ਜਿਹੀ ਮਨ ਜਿਹੜੀ ਕਿਉਰਿਓਸਿਟੀ ਆਉਣੀ ਹੈ ਇਹ ਇੱਕ ਡਿਵੈਲਪਮੈਂਟ ਲਈ, ਮੈਂਟਲ ਡਿਵੈਲਪਮੈਂਟ ਲਈ, ਸਾਡੀ ਸਪਿਰਿਚੁਅਲ ਡਿਵੈਲਪਮੈਂਟ ਲਈ ਚੰਗੀ ਗੱਲ। ਤੇ ਇੱਕ ਸਵਾਲ ਸਾਡੇ ਕੋਲ ਆਇਆ, ਇਹ ਸਰ ਜਲਵੰਤ ਸਿੰਘ ਜੀ ਦੇ ਰਾਹੀਂ ਫਿਰੋਜ਼ਪੁਰ ਤੋਂ ਸਾਡੇ ਨਾਲ ਇੱਕ ਹੋਰ ਵੀਰ ਜੀ ਜੁੜਦੇ ਨੇ, ਪਨੇਸਰ ਵੀਰ ਜੀ, ਉਹਨਾਂ ਨੇ ਭੇਜਿਆ ਹੈ। ਪਹਿਲਾਂ ਤਾਂ ਮੈਂ ਖਿਮਾ ਮੰਗਦਾ ਕਿ ਇਹ ਪਿਛਲੇ ਹਫਤੇ ਸਾਡੇ ਕੋਲੋਂ ਸਕਿਪ ਹੋ ਗਿਆ, ਰਹਿ ਗਿਆ ਸੀਗਾ। ਪਿਛਲੇ ਹਫਤੇ ਉਹਨਾਂ ਨੇ ਸਾਨੂੰ ਯਾਦ ਕਰਵਾਇਆ, ਤੋ ਇਸ ਕਰਕੇ ਸਭ ਤੋਂ ਪਹਿਲਾਂ ਉਹ ਸਵਾਲ ਲਵਾਂਗੇ ਜੀ। ਉਹਨਾਂ ਦਾ ਸਵਾਲ ਹੈ ਕਿ ਪਰਮਾਤਮਾ ਅਕਾਲ ਮੂਰਤ ਹੈ, ਭਾਵ ਕਾਲ ਤੋਂ ਰਹਿਤ ਹੈ, ਪਰ ਗੁਰਬਾਣੀ ਵਿੱਚ ਇੱਕ ਤੁਕ ਆਉਂਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 413 ਤੇ ਹੈ ਕਿ ਆਪ ਮਾਰੇ ਪੀ ਆਪ ਉਪਾਏ ਥਾਪ ਉਥਾਪ। ਉਹ ਕਹਿੰਦੇ ਕਿ ਜਿਹੜਾ ਲਫ਼ਜ਼ ਆਪ ਮਰੇ ਹੈ, ਕਿਉਂਕਿ ਰੱਬ ਦਾ ਅਕਾਲ ਪੁਰਖ ਵਾਹਿਗੁਰੂ ਜੋ ਹੈ ਉਹ ਤਾਂ ਕਾਲ ਰਹਿਤ ਹੈ, ਨਾ ਉਹ ਜਨਮੇ ਨਾ ਉਹ ਮਰੇ। ਤਾਂ ਇਸ ਕਰਕੇ ਤੇ ਆਪ ਮਰਿਆ ਲਫ਼ਜ਼ ਜਿਹੜਾ ਆਇਆ ਇਹਦੇ ਲਈ ਉਹ ਕਹਿੰਦੇ ਮੇਰੇ ਮਨ ਵਿੱਚ ਸ਼ੰਕਾ ਪੈਦੀ ਹੋਈ ਹੈ ਤੇ ਮੈਨੂੰ ਇਹਦੇ ਬਾਰੇ ਤੁਸੀਂ ਦੱਸੋ ਵੀ ਇਹ ਕੀ, ਇਹਦਾ ਭਾਵ ਇੱਥੇ ਕੀ ਨਿਕਲਦਾ ਹੈ। ਤੋ ਆਪਣਾ ਵੀਰ ਤੇਜਿੰਦਰ ਸਿੰਘ ਜੀ, ਉਹਨਾਂ ਨੂੰ ਬੇਨਤੀ ਹੈ ਵੀ ਇਹਦੇ ਬਾਰੇ ਉਹ ਚਾਨਣਾ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦੇ ਵਿੱਚ ਜਦੋਂ ਅਸੀਂ ਕੋਈ ਸਾਡੇ ਮਨ ਦੇ ਵਿੱਚ ਸਵਾਲ ਪੈਦਾ ਹੁੰਦਾ ਹੈ ਤਾਂ ਉਸ ਦਾ ਸਾਨੂੰ ਜਵਾਬ ਜੋ ਹੈ ਉਹ ਗੁਰਬਾਣੀ ਵਿੱਚੋਂ ਹੀ ਲੈਣਾ ਚਾਹੀਦਾ, ਕਿਉਂਕਿ ਗੁਰਬਾਣੀ ਸਾਡੇ ਸਾਰੇ ਸਵਾਲਾਂ ਦਾ ਜਿਹੜਾ ਹੈ ਉਹ ਜਵਾਬ ਦਿੰਦੀ ਹੈ। ਔਰ ਹਰ ਗੁਰਸਿੱਖ ਵਾਸਤੇ ਇਹ ਮਨ ਦੇ ਵਿੱਚ ਧਾਰਨਾ ਹੋਣੀ ਹੈ, ਵਿਸ਼ਵਾਸ ਹੋਣਾ ਕਿ ਗੁਰਬਾਣੀ 'ਚ ਕਿਤੇ ਵੀ ਜਿਹੜੀ ਹੈ ਉਹ ਕੰਟਰਾਡਿਕਸ਼ਨ ਨਹੀਂ ਹੈ ਔਰ ਗੁਰਬਾਣੀ ਇੱਕ ਸਾਰ ਹੈ ਔਰ ਸਾਰੇ ਸਾਨੂੰ ਸਵਾਲਾਂ ਦਾ ਜਵਾਬ ਦਿੰਦੀ ਹੈ। ਇਹ ਜਿਵੇਂ ਵੀਰ ਜੀ ਨੇ ਕਿਹਾ ਕਿ ਜਦੋਂ ਅਸੀਂ ਆਰੰਭਤਾ ਵਿੱਚ ਮੂਲ ਮੰਤਰ ਵਿੱਚ ਅਸੀਂ ਦੇਖਦੇ ਹਾਂ ਕਿ ਉਹ ਅਕਾਲ ਮੂਰਤ ਹੈ ਔਰ ਅਕਾਲ ਮੂਰਤ ਹੋਣ ਕਰਕੇ ਉਹ ਕਦੀ ਮਰਦਾ ਨਹੀਂ, ਨਾ ਉਹ ਮਰੇ ਨਾ ਜਾਏ, ਕਿ ਉਹ ਸਾਰੇ ਜਗ੍ਹਾ ਦੇ ਉੱਪਰ ਜ਼ਰਰੇ ਜ਼ਰਰੇ ਦੇ ਵਿੱਚ ਉਸਦੀ ਹੋਂਦ ਜਿਹੜੀ ਹੈ ਉਹ ਬਰਕਰਾਰ ਹੈ। ਫਿਰ ਇਹ ਭੁਲੇਖਾ ਜਦੋਂ ਸਾਡੇ ਮਨ ਵਿੱਚ ਆਉਂਦਾ ਹੈ ਤੇ ਸਾਨੂੰ ਇਸ ਨੂੰ ਸਮਝਣ ਵਾਸਤੇ ਗੁਰਬਾਣੀ ਦੇ ਵਿੱਚ ਜਾਣਾ ਪੈਂਦਾ। ਜੇ ਅਸੀਂ ਇਸ ਜਿਹੜਾ ਆਸਾ ਰਾਗ ਦੇ ਵਿੱਚ ਸ਼ਬਦ ਹੈ ਗੁਰੂ ਨਾਨਕ ਪਾਤਸ਼ਾਹ ਦਾ, ਇਸ ਨੂੰ ਵਿੱਚੋਂ ਅਸੀਂ ਰੋਸ਼ਨੀ ਲਈਏ, ਗਾਈਡੈਂਸ ਲਈਏ, ਤਾਂ ਉਹ ਸਾਨੂੰ ਫਰਮਾਉਂਦੇ ਹਨ ਪਹਿਲੇ ਪਦੇ ਵਿੱਚ ਵੀ, ਏਕ ਮਰੈ ਪੰਚੈ ਮਿਲ ਰੋਵੈ ਹਉਮੈ ਜਾਏ ਸ਼ਬਦ ਮਲ ਧੋਵੈ, ਕਿ ਇੱਕ ਪ੍ਰਾਣੀ ਮਰਦਾ ਹੈ ਤੇ ਉਸਦੇ ਸਾਕ ਸੰਬੰਧੀ ਮਿਲ ਕੇ ਰੋਂਦੇ ਹਨ। ਹਉਮੈ ਜਾਏ ਸ਼ਬਦ ਮਲ ਧੋਵੈ, ਪਰ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਮੋਹ ਦੀ ਮੈਲ ਨੂੰ ਆਪਣੇ ਮਨ ਤੋਂ ਧੋ ਲੈਂਦੇ ਹਨ, ਉਹਨਾਂ ਦੀ ਹਉਮੈ ਦੂਰ ਹੋ ਜਾਂਦੀ ਹੈ। ਔਰ ਜਦੋਂ ਹਉਮੈ ਦੂਰ ਹੋ ਜਾਂਦੀ ਹੈ ਤਾਂ ਫਿਰ ਕੀ ਹੁੰਦਾ, ਸਮਝ ਸੂਝ ਸਹਿਜ ਕਰ ਹੋਵੈ। ਉਹ ਇਹ ਸਮਝ ਕੇ ਕਿ ਸਭ ਵਿੱਚ ਪ੍ਰਭੂ ਦੀ ਜੋਤ ਹੈ, ਕਿਸੇ ਸੰਬੰਧੀ ਦਾ ਸਰੀਰ ਨਾਸ ਹੋਣ ਤੇ ਅਡੋਲ ਆਤਮਕ ਅਵਸਥਾ ਵਿੱਚ ਟਿਕੇ ਰਹਿੰਦੇ ਹਨ। ਪਹਿਲੀ ਤੇ ਗੱਲ ਹੈ ਕਿ ਜਦੋਂ ਕਿਸੇ ਪ੍ਰਾਣੀ ਦੀ ਮ੍ਰਿਤੂ ਹੁੰਦੀ ਹੈ, ਉਸ ਦੀ ਮ੍ਰਿਤੂ ਦੇ ਨਾਲ ਜਿਹੜਾ ਉਸ ਵਿਅਕਤੀ ਦੇ ਨਾਲ ਸੰਬੰਧ ਹੁੰਦਾ ਹੈ, ਉਹ ਦੂਸਰਾ ਵਿਅਕਤੀ ਓਨਾ ਹੀ ਉਸ ਨੂੰ ਯਾਦ ਕਰ ਕਰਕੇ ਉਹਦੀ ਘਾਟ ਮਹਿਸੂਸ ਕਰ ਕਰਕੇ ਰੋਂਦਾ ਹੈ। ਲੇਕਿਨ ਜਦੋਂ ਉਸ ਨੂੰ ਇਹ ਸਮਝ ਆ ਜਾਂਦੀ ਹੈ
ਕਿ ਇਹ ਸਿਰਫ ਸਰੀਰ ਨਾਸ ਹੋਇਆ ਹੈ, ਇਸ ਦੇ ਅੰਦਰ ਜੋ ਪ੍ਰਭੂ ਦੀ ਜੋਤ ਸੀ ਉਹ ਨਾਸ ਨਹੀਂ ਹੋਈ ਹੈ। ਤੇ ਜਦੋਂ ਉਹ ਸਿਰਫ ਰੋਂਦਾ ਹੀ ਹੈ, ਉਹਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਪਰਮਾਤਮਾ ਦੀ ਇਸ ਦੇ ਵਿੱਚ ਆਪਣੀ ਜਿਹੜੀ ਹੈ ਉਹ ਹੋਂਦ ਜਿਹੜੀ ਹੈ ਉਹ ਸੀ, ਔਰ ਪਰਮਾਤਮਾ ਨੇ ਆਪਣੀ ਜਿਹੜੀ ਜੋਤ ਹੈ ਵਿੱਚੋਂ ਕੱਢ ਲਈ ਹੈ। ਔਰ ਜੋਤ ਜਿਹੜੀ ਹੈ ਉਹ ਨਾਸਵੰਦ ਨਹੀਂ ਹੈ, ਉਹ ਹਮੇਸ਼ਾ ਹੀ ਜਿੰਦਾ ਰਹਿਣ ਵਾਲੀ ਹੈ। ਤਾਂ ਕੌਣ ਮਰੇ ਕੌਣ ਰੋਵੇ ਉਹੀ, ਕਿ ਫਿਰ ਉਸ ਨੂੰ ਕੌਣ ਜੋ ਮਰਦਾ ਉਹਦੇ ਵਿੱਚੋਂ, ਔਰ ਉਸ ਮਰੇ ਹੋਏ ਨੂੰ ਮਤਲਬ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਉਹ ਜਿਹੜੇ ਉਹਦੇ ਚੋਂ ਕੀ ਚੀਜ਼ ਮਰੀ ਹੈ, ਇਸ ਦੀ ਸਮਝਣ ਦੀ ਸਾਨੂੰ ਲੋੜ ਹੈ। ਕਰਨ ਕਾਰਨ ਸਭ ਸੇ ਸਿਰ ਤੋਂ ਹੀ, ਇਹ ਰਹਾਉ ਦੀ ਪੰਕਤੀ ਹੈ। ਜਿਸ ਦਾ ਸਰੀਰ ਬਿਨਸਦਾ ਹੈ ਉਹ ਵੀ ਆਪ ਹੀ ਹੈ, ਤੇ ਰੋਣ ਵਾਲਾ ਵੀ ਤਾਂ ਆਪ ਹੀ ਹੈ। ਮੈਂ ਸਾਰੇ ਵੀਰਾਂ ਨੂੰ, ਸੰਗਤ ਨੂੰ ਬੇਨਤੀ ਕਰਾਂਗਾ ਕਿ ਥੋੜਾ ਜਿਹਾ ਸਹਿਜਤਾ ਵਿੱਚ ਆ ਕਰਕੇ ਬਿਰਤੀ ਇਕਾਗਰ ਕਰਕੇ ਅਗਰ ਅਸੀਂ ਉਸ ਨੂੰ ਸੁਣਾਂਗੇ ਤਾਂ ਸਾਨੂੰ ਸਮਝ ਆ ਜਾਏਗਾ, ਕਿਉਂਕਿ ਇਹ ਇੱਕ ਟਿਕਲਿਸ਼ ਮੈਟਰ ਹੈ ਜਿਹੜਾ ਆਮ ਤੌਰ ਤੇ ਸਾਨੂੰ ਕਨਫਿਊਜ਼ਨ ਪੈਦਾ ਕਰਦਾ ਹੈ। ਤਾਂ ਹਾਉ ਵਿੱਚ ਸਾਨੂੰ ਇਹ ਗੱਲ ਸਮਝਾ ਦਿੱਤੀ ਹੈ ਕਿ ਜਿਸ ਦਾ ਸਰੀਰ ਬਿਰਸਦਾ ਹੈ ਉਹ ਵੀ ਤੂੰ ਆਪ ਹੀ ਹੈ। ਅਸੀਂ ਦੇਖੀਏ ਜਦੋਂ ਅਸੀਂ ਆਨੰਦ ਸਾਹਿਬ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਤੇ ਸਾਨੂੰ ਉੱਥੇ ਇਹ ਗੱਲ ਸਮਝ ਆਉਂਦੀ ਹੈ, ਅਖੀਰਲੀ ਜਿਹੜੀ 40ਵੀਂ ਪੌੜੀ ਹੈ ਕਿ ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ, ਕਿ ਇਹ ਸਰੀਰ ਜਿਹੜਾ ਸੀ ਇੱਕ ਹਨੇਰੀ ਗੁਫਾ ਸੀ, ਉਸ ਦੇ ਅੰਦਰ ਪਰਮਾਤਮਾ ਨੇ ਆਪਣੀ ਜੋਤ ਰੂਪੀ ਜਿਹੜੀ ਜੀਵ ਹੈ, ਜੀਵ ਆਤਮਾ ਜਿਹੜੀ ਉਸ ਦੇ ਅੰਦਰ ਰੱਖੀ, ਆਪਣਾ ਅੰਸ਼ ਰੱਖਿਆ, ਤੇ ਉਸ ਦੇ ਅੰਦਰ ਚਾਨਣਾ ਹੋਇਆ। ਅੰਧਿਆਰੇ ਦੀਪਕ ਚਾਹੀਏ, ਇੱਕ ਵਸਤ ਅਗੋਚਰ ਲਈਏ। ਜਦੋਂ ਉਸ ਦੇ ਅੰਦਰ ਉਹ ਸਾਡੇ ਅੰਦਰ ਜੋਤ ਆ ਗਈ ਤਾਂ ਸਾਡੇ ਅੰਦਰ ਉਹ ਗਿਆਨ ਦਾ ਦੀਵਾ ਜਿਹੜਾ ਆਤਮਾ ਦਾ ਜੀਵਾਤਮਾ ਦਾ ਜਿਹੜਾ ਉਹ ਦੀਵਾ ਜਗ ਪਿਆ, ਤੇ ਸਾਡੇ ਸਰੀਰ ਦੀ ਰੋਹ ਜਿਹੜੀ ਹੈ ਉਹ ਜਿਹੜੀ ਬਿਲਕੁਲ ਡੈਡ ਪਈ ਸੀਗੀ ਉਹ ਚਾਲੂ ਹੋ ਗਈ। ਅਦਰਵਾਈਜ਼ ਜਦ ਤੱਕ ਪਰਮਾਤਮਾ ਦੀ ਅੰਸ਼ ਸਾਡੇ ਅੰਦਰ ਨਹੀਂ ਆਉਂਦੀ ਉਦੋਂ ਤੱਕ ਜਿਹੜੀ ਹੈ ਉਹ ਅਸੀਂ ਇੱਕ ਬਿਲਕੁਲ ਮਤਲਬ ਡੈਡ ਮਾਸ ਦਾ ਟੁਕੜਾ ਹੀ ਹੈ ਗਿਆ। ਤੇ ਇਸ ਦੇ ਅੱਗੇ ਸਾਨੂੰ ਦੱਸਦੇ ਨੇ ਕਿ ਮੂਏ ਕੋ ਰੋਵੇ ਦੁੱਖ ਕੋਏ, ਜਿਵੇਂ ਅਸੀਂ ਦੇਖਿਆ ਅੱਗੇ ਕਿ ਜੇ ਕੋਈ ਮੋਏ ਨੂੰ ਰੋਂਦਾ ਹੈ ਤਾਂ ਅਸਲ ਵਿੱਚ ਆਪਣਾ ਦੁੱਖ ਫਰੋਲਦਾ ਹੈ। ਜੋ ਰੋਵੇ ਸੋ ਰੋਵੇ ਜਿਸ ਬੇਦਨ ਹੋਏ, ਜਿਸ ਬੀਤੀ ਜਾਣੇ ਪ੍ਰਭ ਸੋਏ। ਪ੍ਰਭ ਜਿਸ ਜੀਵ ਉੱਤੇ ਮੌਤ ਦੀ ਇਹ ਘਟਨਾ ਵਾਪਰਦੀ ਵਰਤਦੀ ਹੈ ਉਹ ਪ੍ਰਭੂ ਹੀ ਇਹ ਰਜਾ ਸਮਝ ਲੈਂਦਾ ਹੈ, ਪ੍ਰਭੂ ਦੀ ਰਜਾ ਸਮਝ ਲੈਂਦਾ ਹੈ ਕਿ ਆਪੇ ਕੀ ਸਮਝਦਾ ਹੈ ਕਿ ਆਪੇ ਕਰਤਾ ਕਰੇ ਸੋ ਹੈ। ਸੋ ਅਸੀਂ ਮੋਟੇ ਤੌਰ ਤੇ ਸਮਝੀਏ ਕਿ ਸਾਡੇ ਅੰਦਰ ਜਿਹੜੀ ਚੀਜ਼ ਮਰੀ ਹੈ, ਅਸੀਂ ਸਰੀਰ ਇੱਕ ਪਹਿਲਾਂ ਹੀ ਡੈਡ ਮਤਲਬ ਡਿਵੈਲਪਿੰਗ ਸੀਗਾ, ਅਸੀਂ ਸਾਡੇ ਅੰਦਰ ਅਜੇ ਪ੍ਰਾਣ ਨਹੀਂ ਸਨ ਆਏ, ਤੇ ਉਹ ਪ੍ਰਾਣ ਜਿਹੜੇ ਹਨ ਉਹ ਜੀਵਾਤਮਾ ਦੇ ਰੂਪ ਅੰਦਰ ਸਾਡੇ ਅੰਦਰ ਆਏ। ਤੇ ਜਿਹੜੀ ਚੀਜ਼ ਮਰੀ ਹੈ ਕਿਉਂਕਿ ਸਾਡੇ ਸਰੀਰ ਦੇ ਵਿੱਚ ਉਹ ਪਰਮਾਤਮਾ ਦਾ ਆਪਣੀ ਅੰਸ਼ ਹੈ, ਤੇ ਹਰ ਇੱਕ ਚੀਜ਼ ਜਿਹੜੀ ਹੈ ਜੇਤਾ ਕੀਤਾ ਤੇਤਾ ਨਾ ਹੋਵੇ ਨਵੇਂ ਨਾਹੀ ਕੋ ਤਾਉ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਪਰਮਾਤਮਾ ਦੀ ਹੋਂਦ ਨਹੀਂ ਹੈ। तो इस करके जो मरदा है वो शरीर मरदा है, जो साडा जीवात्मा है वो नहीं मरती, जीवात्मा जिहड़ी है अमर है। तो इस जीवन देने वाला परमात्मा और उस दे विचों अपनी जिहड़ी जोत नूं बाहर खिंच लेना भी परमात्मा है। तो अगर इस पंक्ति नूं असीं इस तरह समझिए तो सानूं समझ आ जाएगी कि परमात्मा नहीं मरदा, लेकिन अपनी जीवात्मा जो खिंच लैंदा है तो ये जिहड़ा पंज भौतिक शरीर है वो माटी माटी हुई एक, पौने में पवन समाया, ज्योति में जोत रल जाया। तो ये गल सानू समझ आ जाती है। फिर सहजे ही सानू ये क्वेश्चन भी समझ आ जाता है कि कौन मुआ रे कौन मुआ, ब्रह्म बयानी मिल करो विचार, ये तो चलत पया। कि ये तो एक चलत है, एक खेड है, कि उस खेड नूं जदों असीं समझ लैंदे आ तो फिर साडे मन दे अंदर ये भरम जिहड़ा है खत्म हो जाता है कि की चीज़ मरी है। जे जिसनों ये गल समझ आ जाती है वो फिर रोंदा नहीं है, वो एक प्रभु की रजा समझदा है। और प्रभु की रजा समझ के असीं कहना कि भाना वापर गया। भाना माफ ये उसके सिस्टम विच सीगा कि उसने जदों मनुख के अंदरों श्वास कढ़ ले जान तो बाकी जिहड़ा शरीर है वो मर जाता है, उसनों असीं संस्कार कर दिंदे आ। तो जदों संस्कार करने आ ते वो जिहड़ी पौंड दे विच पौंड जानी है, मिट्टी दे मिट्टी जानी है, वो सारी जिहड़ी है वो क्रिया जिहड़ी हुंदी है। तो वो शरीर जिहड़ा है उसनूं असीं संस्कार करना है। जीव आत्मा जिहड़ी है
ਉਹ ਹਮੇਸ਼ਾ ਹੀ ਜਿਹੜੀ ਹੈ ਉਹ ਅਮਰ ਹੈ, ਤੇ ਉਹ ਉਸਨੇ ਹੀ ਇਸ ਮੋਏ ਹੋਏ ਸਰੀਰ ਦੇ ਵਿੱਚ ਜਾਨ ਪਾ ਕਰਕੇ ਇਹਦੇ ਵਿੱਚ ਸਾਡੇ ਜਿਹੜੀਆਂ 5 ਜਿਹੜੇ ਇਸ ਗੁਫਾ ਦੇ ਅੰਦਰ ਆਪਣਾ ਰੱਖ ਕਰਕੇ ਸਾਡੇ ਅੰਦਰੋਂ 9 ਦਰਵਾਜ਼ੇ ਜਿਹੜੇ ਹਨ ਉਹ ਪ੍ਰਗਟ ਕੀਤੇ, ਔਰ 10ਵਾਂ ਗੁਪਤ ਰਖਾਇਆ ਜਿਹੜਾ ਗਿਆਨ ਦਾ ਦਰਵਾਜ਼ਾ ਹੈ। ਉਹ ਗਿਆਨ ਵੀ ਸਾਡੇ ਅੰਦਰ ਉਸ ਜੀਵਾਤਮਾ ਕਰਕੇ ਹੀ ਹੈ। ਤਾਂ ਇਹ ਸਮਝਣਾ ਜਿਸ ਵੇਲੇ ਦੇਖੋ, ਜਿਸ ਵੇਲੇ ਸਰੀਰ ਨਿਕਲ ਗਿਆ ਵਿੱਚੋਂ, ਜਿਵੇਂ ਮੰਨ ਲਓ ਅਸੀਂ ਦੀਵੇ ਦਾ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਦੀਵਾ ਪਿਆ ਹੋਇਆ ਹੈ, ਲੈਂਪ ਪਿਆ ਹੋਇਆ ਹੈ, ਉਸ ਦੇ ਵਿੱਚ ਜਦ ਤੱਕ ਇਗਨੀਸ਼ਨ ਨਹੀਂ ਹੈ, ਉਸ ਨੂੰ ਲਾਈਟ ਨਹੀਂ ਹੈ, ਤੇ ਉਹ ਹਨੇਰਾ ਹੀ ਹੈ, ਉਹ ਕੁਝ ਵੀ ਨਹੀਂ ਹੈ। ਜੇ ਸਾਡੇ ਘਰ ਵਿੱਚ ਇਲੈਕਟ੍ਰਿਸਿਟੀ ਆਉਂਦੀ ਹੈ ਤਾਂ ਇਲੈਕਟ੍ਰਿਸਿਟੀ ਦਾ ਸਵਿਚ ਆਫ ਹੋ ਜਾਂਦਾ ਹੈ, ਤਾਂ ਇਹਦਾ ਇਹ ਮਤਲਬ ਨਹੀਂ ਹੈ ਕਿ ਉਹ ਇਲੈਕਟ੍ਰਿਸਿਟੀ ਮਰ ਗਈ ਹੈ, ਜਾਂ ਉਹ ਟਿਊਬ ਮਰ ਗਈ ਹੈ, ਜਾਂ ਉਹ ਜਿਹੜਾ ਕੋਈ ਵੀ ਸਿਸਟਮ ਇਲੈਕਟ੍ਰੀਕਲ ਚੱਲ ਰਿਹਾ ਉਹ ਖਤਮ ਹੋ ਗਿਆ। ਤਾਂ ਇਹ ਇੱਕ ਚਲਿਤ ਹੈ, ਇੱਕ ਖੇਡ ਹੈ, ਪਰਮਾਤਮਾ ਦੀ ਸਿਸਟਮ ਹੈ, ਇਸ ਨੂੰ ਸਮਝਣ ਦੀ ਲੋੜ ਹੈ। ਤਾਂ ਇਹ ਭੁਲੇਖਾ ਮਰੇ ਦਾ ਭੁਲੇਖਾ ਨਾ ਪਾਈਏ ਕਿ ਪਰਮਾਤਮਾ ਮਰ ਗਿਆ। ਉਸ ਜਿਹੜਾ ਸਰੀਰ ਚੱਲ ਰਿਹਾ ਸੀਗਾ, ਉਸ ਪਰਮਾਤਮਾ ਦੀ ਜੋਤ ਕਰਕੇ, ਉਹ ਜੋਤ ਖਿੱਚਣ ਕਰਕੇ ਉਹ ਜਿਹੜੀ ਸਰੀਰ ਦੀ ਜਿਹੜੀ ਹੈ ਉਹ ਮੌਤ ਹੋ ਗਈ ਹੈ। ਔਰ ਇਸ ਜੀਵਨ ਨੂੰ ਔਰ ਮੌਤ ਦੇਣ ਵਾਲਾ ਸਿਰਫ ਪਰਮਾਤਮਾ ਹੈ। ਆਪਣੀ ਮਰਜ਼ੀ ਨਾਲ ਨਾ ਕੋਈ ਜੀ ਸਕਦਾ ਹੈ, ਤੇ ਆਪਣੀ ਮਰਜ਼ੀ ਨਾਲ ਨਾ ਕੋਈ ਮਰ ਸਕਦਾ ਹੈ। ਜੋ ਜਪਜੀ ਸਾਹਿਬ ਵੀ ਸਤਿਗੁਰੂ ਨੇ ਫਰਮਾਇਆ, ਜੋਰ ਨਾ ਜੀਵਨ ਮਰਨ ਨਾ ਜੋਰ। ਤੋਂ ਆਸ ਹੈ ਜਿਹਨਾਂ ਵੀਰਾ ਜੀ ਨੇ ਸਵਾਲ ਕੀਤਾ ਹੈ, ਉਸਨੂੰ ਇਹ ਗੱਲ ਜਿਹੜੀ ਹੈ ਥੋੜੀ ਸਮਝ ਮੈਂ ਕਰਵਾਉਣ ਵਿੱਚ ਅਗਰ ਕੋਸ਼ਿਸ਼ ਕੀਤੀ ਹੈ। ਪਰ ਹੋਰ ਵੀ ਕੋਈ ਇਸ ਆਪਣੇ ਵਿਚਾਰ ਦੇਣਾ ਚਾਹੇ ਤਾਂ ਜੀ ਸਦਕੇ ਦੇ ਸਕਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਹਰ ਅੰਦਰ ਬਾਹਰ ਇੱਕ ਤੂੰ ਜਾਣੈ ਭੇਦ, ਜੋ ਕੀਚੈ ਸੋ ਹਰ ਜਾਣਦਾ, ਮੇਰੇ ਮਨ ਹਰ ਚੇਤ। ਵਾਹਿਗੁਰੂ ਦੀ ਜਿਹੜੀ ਇਹ ਕੁਦਰਤ ਹੈ, ਜਿਹੜਾ ਖੇਲ ਹੈ, ਇਹਨੂੰ ਕੋਈ ਵੀ ਨਹੀਂ ਜਾਣ ਸਕਦਾ। ਤਾਂ ਇਹ ਜਿਹੜਾ ਸਵਾਲ ਸਾਡੇ ਕੋਲ ਆਇਆ ਸੀਗਾ, ਇਹ ਕਾਫੀ ਡੂੰਘਾ ਤੇ ਔਖਾ ਸਵਾਲ ਹੈ, ਪਰ ਵੀਰ ਤੇਜਿੰਦਰ ਸਿੰਘ ਜੀ ਨੇ ਗੁਰਬਾਣੀ ਦੇ ਆਧਾਰ ਤੇ ਹੀ ਸਾਨੂੰ ਦੱਸਿਆ, ਔਰ ਬੜਾ ਅੱਛਾ ਦੱਸਿਆ। ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਅਸਲ ਜੋ ਕੁਛ ਹੈ ਸਭ ਕੁਝ ਵਾਹਿਗੁਰੂ ਹੈ, ਵਾਹਿਗੁਰੂ ਬਗੈਰ ਤਾਂ ਕੁਛ ਹੈ ਹੀ ਨਹੀਂ। ਇਹ ਸਾਡਾ ਇੱਕ ਭਰਮ ਭੁਲੇਖਾ ਹੈ, ਅਸੀਂ ਸੋਚਦੇ ਇਹ ਮੇਰਾ ਸਰੀਰ ਹੈ, ਮੇਰਾ ਹੱਥ ਹੈ, ਜਾਂ ਮੇਰਾ ਘਰ ਹੈ। ਅਸਲ ਜੋ ਕੁਝ ਹੈ ਵਾਹਿਗੁਰੂ ਦਾ ਹੀ, ਬੰਦੇ ਦਾ ਕੁਝ ਵੀ ਨਹੀਂ। ਤੋ ਇਸੇ ਗੱਲ ਤੇ ਵੀਰ ਜੀ ਨੇ ਸਾਨੂੰ ਲਿਆਉਂਦਾ ਕਿ ਜੋ ਕੁਝ ਹੈ ਉਹ ਵਾਹਿਗੁਰੂ ਹੈ। ਇਸ ਕਰਕੇ ਉਂਝ ਜੇ ਅਸੀਂ ਸੋਚੀ ਵਾਹਿਗੁਰੂ, ਤੇ ਵਾਹਿਗੁਰੂ ਤਾਂ ਅਕਾਲ ਹੈ, ਉਹ ਮੌਤ ਤੋਂ ਰਹਿਤ ਹੈ। ਪਰ ਜੋ ਕੁਝ ਹੋ ਰਿਹਾ ਉਹਦੇ ਹੁਕਮ ਅਨੁਸਾਰ ਅਸੀਂ ਇੰਝ ਕਹਿ ਲਈਏ ਸੌਖੇ ਲਫ਼ਜ਼ਾਂ ਕਿ ਜੋ ਵੀ ਹੁੰਦਾ ਉਹ ਵਾਹਿਗੁਰੂ ਹੀ ਹੈ ਸਭ ਕੁਝ। ਜੋ ਕਰਨ ਕਰਾਉਣ ਹਾਰ ਸੁਆਮੀ, ਸ਼ਕਲ ਕਟਾ ਕਾ ਅੰਤਰਜਾਮੀ। ਤੋ ਧੰਨਵਾਦ ਵੀਰ ਤੇਜਿੰਦਰ ਸਿੰਘ ਜੀ, ਇੱਕ ਵਾਰ ਫੇਰ ਆਪ ਜੀ ਦਾ।